परम सत्कारयोग ਭਾਰਤ ਦੇ ਬਹੁਤ ਹੀ ਪਿਆਰੇ ਦੇਸ਼ ਵਾਸੀਓ, ਅੱਜ ਆਪ ਜੀ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਨ ਪੁਰਖਿਆਂ ਦੇ ਵਿੱਚੋਂ ਇੱਕ ਮਹਾਂਪੁਰਖ ਐਸੇ ਵੀ ਹੋਏ ਨੇ ਜਿਨ੍ਹਾਂ ਨੇ ਸਾਨੂੰ ਬਰਾਬਰ ਕਰਨ ਲਈ ਆਰਥਿਕ ਤੌਰ 'ਤੇ ਅਤੇ ਸਮਾਜਿਕ ਤੌਰ 'ਤੇ ਆਪਣਾ ਸਾਰਾ ਜੀਵਨ ਸਾਡੇ ਲੇਖੇ ਲਾਇਆ। ਉਹ ਨੇ ਰਿਜ਼ਰਵੇਸ਼ਨ ਦੇ ਦੇਵਤੇ, ਆਰਕਸ਼ਣ ਦੇ ਮਸੀਹਾ, ਬਹੁਤ ਹੀ ਸਤਿਕਾਰਯੋਗ ਸ਼ਾਹੂ ਛਤਰਪਤੀ ਮਹਾਰਾਜ ਜੀ, ਜਿਨ੍ਹਾਂ ਨੇ ਆਪਣਾ ਜੀਵਨ ਸਾਡੇ ਦੱਬੇ ਕੁਚਲੇ ਲੋਕਾਂ ਦੇ ਲੇਖੇ ਲਾਇਆ, ਗੁਲਾਮ ਲੋਕਾਂ ਦੇ ਲੇਖੇ ਲਾਇਆ। ਉਹਨਾਂ ਲੋਕਾਂ ਨੂੰ ਬਰਾਬਰ ਦੇ ਅਧਿਕਾਰ ਲੈ ਕੇ ਦਿੱਤੇ, ਆਰਥਿਕ ਤੌਰ 'ਤੇ, ਸਰੀਰਕ ਤੌਰ 'ਤੇ ਅਤੇ ਮਾਨਸਿਕ ਤੌਰ 'ਤੇ ਬਰਾਬਰ ਲਿਆਉਣ ਲਈ ਉਸ ਸਮੇਂ ਆਪ ਜੀ ਨੇ ਜੋ ਕਾਰਜ ਕੀਤੇ ਬਹੁਤ ਹੀ ਸ਼ਲਾਘਾਯੋਗ ਨੇ। ਆਓ 5-4 ਮਿੰਟ ਆਪਾਂ ਉਹਨਾਂ ਦੇ ਇਤਿਹਾਸ 'ਤੇ ਨਜ਼ਰ ਮਾਰੀਏ, ਝਾਤ ਮਾਰੀਏ ਅਤੇ ਵੇਖੀਏ ਕਿ ਕਿਵੇਂ ਸ਼ਾਹੂ ਛਤਰਪਤੀ ਮਹਾਰਾਜ ਜੀ ਨੇ ਸਾਡੇ ਲੋਕਾਂ ਨੂੰ ਉਹ ਅਧਿਕਾਰ ਲੈ ਕੇ ਦਿੱਤੇ ਜਿਹੜੇ ਅਧਿਕਾਰ ਸਾਡੇ ਲੋਕਾਂ ਤੋਂ ਹਜ਼ਾਰਾਂ ਸਾਲ ਪਹਿਲਾਂ ਖੋਹ ਲਏ ਗਏ ਸੀ। ਅੱਜ ਉਹਨਾਂ ਦੇ ਜੀਵਨ 'ਤੇ ਝਾਤ ਮਾਰਨ ਤੋਂ ਪਹਿਲਾਂ, ਉਹਨਾਂ ਦੇ ਜੀਵਨ ਨੂੰ ਪੜ੍ਹਨ ਤੋਂ ਪਹਿਲਾਂ, ਸਮਝਣ ਤੋਂ ਪਹਿਲਾਂ ਆਪਣੇ ਰਹਿਬਰਾਂ, ਆਪਣੇ ਸਤਿਗੁਰਾਂ, ਆਪਣੇ ਮਹਾਂਪੁਰਖਿਆਂ ਨੂੰ ਹੋਈਏ ਨਤਮਸਤਕ। ਦੋਵੇਂ ਹੱਥ ਜੋੜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਸੰਵਿਧਾਨ। ਸ਼ਾਹੂ ਛਤਰਪਤੀ ਮਹਾਰਾਜ ਜੀ ਦਾ ਜਨਮ 26 ਜੂਨ 1874 ਨੂੰ ਹੋਇਆ। ਆਪ ਜੀ ਦੇ ਪਿਤਾ ਜੀ ਦਾ ਨਾਮ ਜੈ ਸਿੰਘ ਰਾਓ ਆਬਾ ਸਾਹਿਬ ਘਾਟਗੇ ਸੀ। ਸਤਿਕਾਰਯੋਗ ਮਾਤਾ ਜੀ ਦਾ ਨਾਮ ਮਾਤਾ ਰਾਧਾ ਬਾਈ ਸਾਹਿਬਾ ਜੀ ਸੀ। ਸ਼ਾਹੂ ਛਤਰਪਤੀ ਮਹਾਰਾਜ ਜੀ ਦਾ ਪਹਿਲਾ ਜਿਹੜਾ ਨਾਮ ਸੀ ਉਹ ਜਸਵੰਤ ਰਾਵ ਸੀ। ਆਪ ਜੀ ਛੋਟੀ ਉਮਰ ਦੇ ਸਨ ਜਦੋਂ ਆਪ ਜੀ ਨੂੰ ਮਹਾਰਾਣੀ ਆਨੰਦਾ ਬਾਈ ਸਾਹਿਬਾ ਜੀ ਨੇ 17 ਮਾਰਚ 1984 ਨੂੰ ਗੋਦ ਲੈ ਲਿਆ ਸੀ, ਅਡੋਪਟ ਕੀਤਾ ਸੀ। ਜਦੋਂ ਉਹਨਾਂ ਨੇ ਆਪਣੇ ਗੋਦ ਲਿਆ ਤਾਂ ਫਿਰ ਉਹਨਾਂ ਨੂੰ ਵਧੀਆ ਸਿੱਖਿਆ ਦਿਵਾਈ, ਕਿਉਂਕਿ ਆਪ ਜੀ ਇੱਕ ਰਾਜ ਘਰਾਣੇ ਨਾਲ ਸੰਬੰਧ ਰੱਖਦੇ ਸਨ, ਆਨੰਦਾ ਬਾਈ ਸਾਹਿਬਾ ਜੀ। ਅਤੇ ਉਹੀ ਜੀਵਨ ਬਹੁਤ ਹੀ ਸਤਿਕਾਰਯੋਗ ਜਸਵੰਤ ਰਾਓ ਜੀ ਨੂੰ, ਭਾਵ ਸ਼ਾਹੂ ਛਤਰਪਤੀ ਮਹਾਰਾਜ ਜੀ ਨੂੰ ਮਿਲਿਆ। ਜਦੋਂ ਮਹਾਰਾਣੀ ਜੀ ਨੇ ਪਰਿਵਾਰ ਤੋਂ ਜਸਵੰਤ ਰਾਓ ਜੀ ਨੂੰ ਗੋਦ ਦੇ ਵਿੱਚ ਲਿਆ ਤਾਂ ਫਿਰ ਆਪ ਜੀ ਨੇ ਉਹਨਾਂ ਦਾ ਨਾਮ ਬਦਲ ਦਿੱਤਾ ਸੀ। ਉਦੋਂ ਤੋਂ ਜਸਵੰਤ ਰਾਓ ਤੋਂ ਆਪ ਜੀ ਦਾ ਨਾਮ ਸ਼ਾਹੂ ਜੀ ਪੈ ਗਿਆ। ਅੱਗੇ ਮਹਾਰਾਜ ਬਣਦੇ ਨੇ, ਮਹਾਰਾਜ ਭਾਵ ਉਹ ਰਾਜਗੱਦੀ 'ਤੇ ਬੈਠਦੇ ਨੇ। ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਾਹੂ ਛਤਰਪਤੀ ਮਹਾਰਾਜ OBC ਵਰਗ ਦੇ ਵਿੱਚੋਂ ਸੀ। SC ST OBC ਜਰਨਲ, ਇਹ ਕੈਟਾਗਰੀਆਂ ਗਿਣੀਆਂ ਜਾਂਦੀਆਂ ਨੇ ਨਾ। ਮੈਂ ਇਹ ਇਸ ਕਰਕੇ ਬੇਨਤੀ ਕੀਤੀ ਆ, OBC ਕਿਉਂ ਕਿਹਾ ਮੈਂ, ਇਹਦੇ ਬਾਰੇ ਮੈਂ ਤੁਹਾਨੂੰ ਅੱਗੇ ਜਾ ਕੇ ਦੱਸਾਂਗਾ ਕਿ OBC ਦੇ ਵਿੱਚ ਜਨਮ ਲੈ ਕੇ ਉਹਨਾਂ ਨੇ ਆਰਕਸ਼ਣ ਦਿਵਾਇਆ, ਉਹਨਾਂ ਨੇ ਰਿਜ਼ਰਵੇਸ਼ਨ ਦਿਵਾਈ ਆ, ਪਰ ਅੱਜ ਦੇ ਸਮੇਂ ਦੇ ਵਿੱਚ OBC ਲੋਕਾਂ ਨੂੰ ਉਹਨਾਂ ਦੇ ਹੱਕ, ਉਹਨਾਂ ਦੇ ਅਧਿਕਾਰ ਨਹੀਂ ਮਿਲਦੇ। ਇਹ ਅੱਗੇ ਜਾ ਕੇ ਗੱਲ ਕਰਾਂਗਾ, ਤਾਂ ਜੋ ਮੈਂ ਇੱਥੇ ਤੁਹਾਨੂੰ ਉਹਨਾਂ ਦਾ OBC ਵਰਗ ਵਿੱਚ ਜਨਮ ਹੋਣ ਬਾਰੇ ਦੱਸਿਆ ਹੈ। ਆਪ ਕੁਰਮੀ ਜਾਤ ਵਿੱਚੋਂ ਸੰਬੰਧ ਰੱਖਦੇ ਸਨ। ਇਸ ਤਰ੍ਹਾਂ ਸਮਾਂ ਲੰਘਦਾ, ਆਪ ਜੀ ਮਹਿਲਾਂ ਦੇ ਵਿੱਚ ਰਹਿ ਕੇ ਪੜ੍ਹਾਈ ਕਰਦੇ ਨੇ, ਸਮਝਦੇ ਨੇ। 20 ਮਾਰਚ 1886 ਨੂੰ ਆਪ ਜੀ ਦੇ ਪਿਤਾ ਜੀ ਦੀ ਮੌਤ ਹੋ ਜਾਂਦੀ ਹੈ। ਮਹਾਰਾਣੀ ਜੀ ਦੇ ਪਤੀ
ਡੈਥ ਹੋ ਜਾਂਦੀ ਹੈ, ਉਹਨਾਂ ਦੀ ਮੌਤ ਹੋ ਜਾਂਦੀ ਹੈ। ਇਹਦਾ ਵੀ ਬਹੁਤ ਵੱਡਾ ਕਾਰਨ ਹੈ। ਜਦੋਂ ਆਪਾਂ ਇਸ ਇਤਿਹਾਸ ਨੂੰ ਕਿਸੇ ਦਿਨ ਵਿਚਾਰਾਂਗੇ, 1-1.5 ਘੰਟੇ ਦੀ ਰਿਕਾਰਡਿੰਗ ਕਰਾਂਗੇ ਅਤੇ ਸਾਰੇ ਇਤਿਹਾਸ ਬਾਰੇ ਗੱਲਬਾਤ ਕਰਾਂਗੇ। ਫਿਰ ਉਹਨਾਂ ਨੂੰ ਰਾਜਗੱਦੀ 'ਤੇ ਬਿਠਾਇਆ ਜਾਂਦਾ। 20 ਮਾਰਚ 1886 ਨੂੰ ਜਦੋਂ ਉਹਨਾਂ ਦੇ ਪਿਤਾ ਜੀ ਦੀ ਮੌਤ ਹੋ ਜਾਂਦੀ ਹੈ, ਉਸ ਤੋਂ ਬਾਅਦ ਉਹ ਕੋਲਾਪੁਰ ਰਿਆਸਤ ਦੇ ਵਿੱਚ ਉਸ ਸਮੇਂ ਦੀ ਰਾਜਗੱਦੀ 'ਤੇ ਬੈਠਦੇ ਨੇ। ਪਰ ਨੋਟ ਕਰ ਲਿਓ, ਰਾਜਗੱਦੀ 'ਤੇ ਬੈਠਣ ਦਾ ਜਿਹੜਾ ਸਿਲਸਿਲਾ ਬਹੁਤ ਲੰਬਾ ਚੱਲਦਾ। ਅਖੀਰ 2 ਅਪ੍ਰੈਲ 1894 ਨੂੰ ਕੋਲਾਪੁਰ ਰਿਆਸਤ ਦੀ ਰਾਜਗੱਦੀ 'ਤੇ ਬੈਠਦੇ ਨੇ। ਫਿਰ ਆਪ ਜੀ ਨੇ ਇਸ ਗੱਦੀ 'ਤੇ ਬੈਠ ਕੇ 28 ਸਾਲ ਰਾਜ ਕੀਤਾ। ਅੱਗੇ ਜਿਹੜੀ ਗੱਲ ਤੁਰਦੀ ਹੈ ਨਾ, ਜਦੋਂ ਰਾਜਗੱਦੀ 'ਤੇ ਬੈਠਦੇ ਨੇ, ਫਿਰ ਆਪ ਜੀ ਦੇ ਮਨ ਦੇ ਵਿੱਚ ਉਹ ਲੋਕਾਂ ਪ੍ਰਤੀ ਦਇਆ ਭਾਵਨਾ ਆਉਂਦੀ ਹੈ। ਉਹ ਜਿਹੜੇ ਸਦੀਆਂ ਤੋਂ ਦੱਬੇ ਗਏ ਸੀ, ਜਿਹੜੇ ਸਦੀਆਂ ਤੋਂ ਲਤਾੜੇ ਗਏ ਸੀ, ਜਿਨ੍ਹਾਂ ਦੇ ਉੱਤੇ ਜ਼ੁਲਮ ਕੀਤਾ ਗਿਆ ਸੀ, ਸ਼ਾਹੂ ਛਤਰਪਤੀ ਮਹਾਰਾਜ ਤੋਂ ਇਹਨਾਂ ਦੀ ਗੁਲਾਮੀ ਵੇਖੀ ਨਹੀਂ ਜਾਂਦੀ ਸੀ। ਅੰਦਰੋਂ ਹੌਲ ਪੈਂਦੇ ਸੀ ਵੀ ਜਿਵੇਂ ਅਸੀਂ ਆਜ਼ਾਦ ਹਾਂ, ਬਾਕੀ ਲੋਕ ਆਜ਼ਾਦ ਨੇ, ਇਹ ਗਰੀਬੜੇ ਵੀ ਆਜ਼ਾਦ ਹੋਣੇ ਚਾਹੀਦੇ ਨੇ। ਇਹ ਤਾਂ ਵਿਚਾਰੇ ਬੇਗਾਰ 'ਤੇ ਕੰਮ ਕਰਨ ਲੱਗੇ ਹੋਏ ਨੇ। ਉਹ ਇਹਨਾਂ ਨੂੰ ਚੰਗੀ ਮਜ਼ਦੂਰੀ ਵੀ ਨਹੀਂ ਦਿੱਤੀ ਜਾਂਦੀ, ਡੰਗਰਾਂ ਵਾਂਗ ਇਹਨਾਂ ਤੋਂ ਕੰਮ ਲਿਆ ਜਾਂਦਾ। ਇਹਨਾਂ ਤੋਂ ਇੰਨੀ ਮਜ਼ਦੂਰੀ ਕਰਾ ਕੇ, ਇੰਨੀ ਮਿਹਨਤ ਕਰਾ ਕੇ, ਫਿਰ ਵੀ ਇਹਨਾਂ ਨੂੰ ਅਛੂਤ ਦੇ ਅਛੂਤ, ਨਿਭਾਗੇ ਦੇ ਨਿਭਾਗੇ ਕਿਹਾ ਜਾਂਦਾ। ਸ਼ਾਹੂ ਛਤਰਪਤੀ ਮਹਾਰਾਜ ਜੀ ਕਹਿੰਦੇ ਮੈਂ ਇਹਨਾਂ ਦਾ ਜੀਵਨ ਸਵਾਰ ਲਈ ਆਪਣਾ ਜੀਵਨ ਜ਼ਰੂਰ ਲਗਾਵਾਂਗਾ। ਇਹ ਉਹਨਾਂ ਦੀ ਜੀਵਨੀ ਦੇ ਵਿੱਚੋਂ ਝਲਕ ਮਿਲਦੀ ਹੈ। ਇਹ ਉਹ ਸੂਰਜ ਸਨ ਜਿਹੜੇ ਸੂਰਜ ਸਾਰਿਆਂ ਲਈ ਬਰਾਬਰ ਚੜ੍ਹਨਾ ਚਾਹੁੰਦੇ ਸੀ। ਉਹਨਾਂ ਨੇ ਵੇਖਿਆ ਕਿ ਮੇਰੇ ਰਾਜ ਦੇ ਵਿੱਚ ਕੋਈ ਭੁੱਖਾ ਨਾ ਮਰੇ, ਮੇਰੇ ਰਾਜ ਦੇ ਵਿੱਚ ਸਾਰੇ ਬਰਾਬਰ ਹੋਣੇ ਚਾਹੀਦੇ ਨੇ। ਉਹਨਾਂ ਨੇ ਫਿਰ ਬਹੁਤ ਸੋਹਣੇ ਸੋਹਣੇ ਫੈਸਲੇ ਲਏ। ਜਿਹੜੇ ਫੈਸਲੇ ਲਏ ਸੀ ਉਹਨਾਂ ਦੇ ਵਿੱਚੋਂ 26 ਜੁਲਾਈ 1902 ਨੂੰ ਦਲਿਤ ਪਛੜੇ ਵਰਗ ਦੇ ਲਈ, SC ST OBC ਵਰਗ ਦੇ ਲਈ ਬਹੁਤ ਹੀ ਸੋਹਣਾ ਫੈਸਲਾ ਲਿਆ। ਉਹ ਜਿਹੜਾ ਭਾਰਤ ਦੇ ਇਤਿਹਾਸ ਵਿੱਚ ਲਿਖਿਆ ਗਿਆ ਫੈਸਲਾ ਇਹ ਸੀ ਕਿ ਇਹ ਦੱਬੇ ਕੁਚਲੇ ਲੋਕਾਂ ਨੂੰ 50% ਆਰਕਸ਼ਣ ਦਿੱਤਾ ਜਾਵੇ, ਰਿਜ਼ਰਵੇਸ਼ਨ ਦਿੱਤੀ ਜਾਵੇ ਅਤੇ ਹਰ ਪੱਖ ਤੋਂ ਇਹਨਾਂ ਨੂੰ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਆ। ਇਹ ਮੈਂ ਮਹਾਰਾਜਾ ਸ਼ਾਹੂ ਛਤਰਪਤੀ ਐਲਾਨ ਕਰਦਾ ਵਾਂ। ਇਹ ਗੱਲ ਉਹਨਾਂ ਨੇ ਆਖੀ। ਇੱਥੇ ਹੀ ਬਸ ਨਹੀਂ, ਉਹਨਾਂ ਨੇ ਕਿਹਾ ਜਿਹੜੇ ਮੇਰੇ ਰਾਜ ਦੇ ਵਿੱਚ ਅਹਿਲਕਾਰ ਹੋਣਗੇ, ਮੰਤਰੀ ਹੋਣਗੇ, ਸੰਤਰੀ ਹੋਣਗੇ, ਵਜ਼ੀਰ ਹੋਣਗੇ, ਇਹਨਾਂ ਦੇ ਵਿੱਚ ਸਾਰਿਆਂ ਨੂੰ ਹਿੱਸਾ ਮਿਲੇਗਾ। ਮੰਨ ਲਓ ਜੇ ਉਸ ਸਮੇਂ 71 ਜਾਂ 70 ਪਦਾਂ ਦੇ ਉੱਤੇ ਬ੍ਰਾਹਮਣ ਤਾਇਨਾਤ ਸੀ, ਤਾਂ ਜਿਹੜੇ ਬਾਕੀ ਲੋਕ ਸੀ, ਬਾਕੀ ਜਾਤਾਂ ਦੇ ਲੋਕ ਸੀ, ਉਹ ਸਿਰਫ ਅਤੇ ਸਿਰਫ 8 ਜਾਂ 9 ਲੋਕ ਸੀ। 17 ਦੇ ਵਿੱਚੋਂ 10 ਲਗਾ ਲਓ, 60 ਬ੍ਰਾਹਮਣ ਸਨ। ਤਾਂ ਮਹਾਰਾਜਾ ਜੀ ਨੇ ਆਖਿਆ ਕਿ ਇਹ ਇਨਸਾਫ ਬੇਇਨਸਾਫ ਲੱਗਦਾ ਮੈਨੂੰ, ਇਹ ਇਨਸਾਫ ਨਹੀਂ ਹੈ, ਚੰਗੀ ਗੱਲ ਨਹੀਂ ਹੈ। ਫਿਰ ਉਹਨਾਂ ਨੇ ਜਦੋਂ ਇਹ ਐਲਾਨ ਕੀਤਾ ਕਿ ਮੇਰੇ ਪ੍ਰਸ਼ਾਸਨ ਦੇ ਵਿੱਚ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਮਿਲਣਾ ਚਾਹੀਦਾ, ਤਾਂ ਉਸ ਸਮੇਂ ਇਹ ਉਹਨਾਂ ਨੇ ਆਪਣੇ ਰਿਆਸਤ ਦੇ ਵਿੱਚ ਆਪਣੇ ਲੋਕਾਂ 'ਤੇ ਲਾਗੂ ਕਰਵਾਇਆ। ਆਪ ਜੀ ਨੇ ਮਹਾਤਮਾ ਜੋਤੀ ਰਾਓ ਫੂਲੇ ਸਾਹਿਬ ਜੀ ਦੁਆਰਾ ਬਣਾਇਆ ਗਿਆ ਸੰਗਠਨ ਸੱਤਿਆ ਸੋਧਕ ਦੀ ਸਥਾਪਨਾ ਕੀਤੀ। ਇਹਨੂੰ ਅੱਗੇ ਚਲਾਇਆ ਕਿਉਂਕਿ ਸ਼ਾਹੂ ਛਤਰਪਤੀ ਮਹਾਰਾਜ ਜੀ ਨੇ ਜੋਤੀ ਰਾਓ ਫੂਲੇ ਸਾਹਿਬ ਜੀ ਦਾ ਸੰਘਰਸ਼ ਬਹੁਤ ਨੇੜਿਓਂ ਹੋ ਕੇ ਵੇਖਿਆ ਸੀ। ਜੋਤੀ ਰਾਓ ਫੂਲੇ ਜੀ ਉਹ ਨੇ, ਉਹ ਜਿਨ੍ਹਾਂ ਨੇ ਆਪਣੀ ਪਤਨੀ ਨਾਲ ਮਿਲ ਕੇ, ਜਿਨ੍ਹਾਂ ਦਾ ਨਾਮ ਮਾਤਾ ਸਵਿਤਰੀ ਬਾਈ ਫੂਲੇ ਜੀ ਹੈ, ਆਪਣੀ ਪਤਨੀ ਨਾਲ ਮਿਲ ਕੇ ਔਰਤਾਂ ਲਈ ਭਾਰਤ ਦੀ ਧਰਤੀ 'ਤੇ
ਪੂਨੇ ਦੇ ਵਿੱਚ ਪਹਿਲੀ ਵਾਰ ਸਕੂਲ ਖੋਲ੍ਹਿਆ, ਪਹਿਲੀ ਵਾਰ। ਇਹ ਇਤਿਹਾਸ ਸਾਨੂੰ ਪਤਾ ਹੋਣਾ ਚਾਹੀਦਾ ਹੈ। 1908 ਦੇ ਵਿੱਚ ਫਿਰ ਸਕੂਲ ਖੋਲ੍ਹੇ ਗਏ। ਉਹਨਾਂ ਨੇ ਆਖਿਆ ਜਿੱਥੇ ਅਮੀਰਾਂ ਦੇ ਬੱਚੇ ਪੜ੍ਹਦੇ ਨੇ, ਉੱਚੀ ਜਾਤੀਆਂ ਦੇ ਬੱਚੇ ਪੜ੍ਹਦੇ ਨੇ, ਉੱਥੇ ਦਲਿਤ ਪਛੜਿਆਂ ਦੇ ਵੀ ਬੱਚੇ ਪੜ੍ਹਨੇ ਚਾਹੀਦੇ ਨੇ। ਲਾਜ਼ਮੀ ਸਿੱਖਿਆ ਕਰ ਦਿੱਤੀ ਬੱਚਿਆਂ ਲਈ। ਫਿਰ ਉਹਨਾਂ ਨੇ 1912 ਦੇ ਵਿੱਚ ਜਿਹੜੇ 95% ਪ੍ਰਸ਼ਾਸਨ ਦੇ ਵਿੱਚ ਬ੍ਰਾਹਮਣ ਸੀ, ਉਹ 35% ਰਹਿ ਗਏ ਸੀ, ਕਿਉਂਕਿ ਬਾਕੀ ਜਿਹੜੇ ਸੀ ਉਹ ਬਾਕੀ ਜਾਤੀਆਂ ਦੇ ਲੋਕ ਉਹਨਾਂ ਦੇ ਰਾਜ ਦੇ ਵਿੱਚ, ਉਹਨਾਂ ਦੇ ਪ੍ਰਸ਼ਾਸਨ ਦੇ ਵਿੱਚ ਆਉਣਾ ਸ਼ੁਰੂ ਕਰ ਦਿੱਤਾ ਸੀ। ਭਾਵੇਂ ਕਿ ਸ਼ਾਹੂ ਛਤਰਪਤੀ ਮਹਾਰਾਜ ਜੀ ਦਾ ਵਿਰੋਧ ਵੀ ਕੀਤਾ ਜਾਂਦਾ ਸੀ, ਗਾਲਾਂ ਵੀ ਕੱਢੀਆਂ ਜਾਂਦੀਆਂ ਸੀ, ਚੰਗਾ ਮੰਦਾ ਵੀ ਬੋਲਿਆ ਜਾਂਦਾ ਸੀ, ਪਰ ਉਹਨਾਂ ਨੇ ਇਸ ਚੀਜ਼ ਦੀ ਪਰਵਾਹ ਨਹੀਂ ਕੀਤੀ। ਉਹਨਾਂ ਨੇ ਦਲਿਤ ਪਛੜਿਆਂ ਨੂੰ ਸਰਕਾਰੀ ਨੌਕਰੀ ਦਾ ਅਧਿਕਾਰ ਦਿੱਤਾ ਕਿ ਤੁਸੀਂ ਵੀ ਮੇਰੇ ਰਾਜ ਦੇ ਵਿੱਚ, ਮੇਰੀ ਰਿਆਸਤ ਦੇ ਵਿੱਚ ਆਪਣਾ ਅਧਿਕਾਰ ਜਮਾ ਸਕਦੇ ਹੋ। ਅਤੇ ਜਿੱਥੇ 1919 ਦੇ ਵਿੱਚ ਆਪ ਜੀ ਨੇ ਸਰਕਾਰੀ ਹਸਪਤਾਲ ਖੋਲ੍ਹੇ, ਉਹ ਜਿੱਥੇ ਗਰੀਬਾਂ ਦਾ ਇਲਾਜ ਪਹਿਲ ਦੇ ਆਧਾਰ 'ਤੇ ਮੁਫਤ ਕਰਨ ਦਾ ਐਲਾਨ ਕੀਤਾ। ਮੂਕ ਨਾਇਕ ਅਖਬਾਰ ਲਈ ਪੈਸੇ ਦਿੱਤੇ, ਡਾਕਟਰ ਅੰਬੇਦਕਰ ਸਾਹਿਬ ਜੀ ਦੀ ਪੜ੍ਹਾਈ ਨੂੰ ਪੈਸੇ ਦਿੱਤੇ। ਐਸੇ ਸ਼ਾਹੂ ਛਤਰਪਤੀ ਮਹਾਰਾਜ ਜੀ ਨੇ ਸਾਡੇ ਲੋਕਾਂ ਨੂੰ ਗਰੀਬੀ ਦੇ ਵਿੱਚੋਂ ਕੱਢਣ ਲਈ ਉਹਨਾਂ ਦੀ ਆਰਥਿਕ ਮਦਦ ਵੀ ਕੀਤੀ। ਬਹੁਤ ਸਕੂਲ ਖੁਲਵਾਏ, ਲਾਜ਼ਮੀ ਸਿੱਖਿਆ ਦਾ ਐਲਾਨ ਕੀਤਾ। ਅਤੇ ਮਹਾਰਾਜਾ ਜੀ ਨੇ ਉਹ ਦਲਿਤਾਂ ਨੂੰ, ਉਹ ਗਰੀਬਾਂ ਨੂੰ ਇੱਕ ਸੰਦੇਸ਼ ਵੀ ਦਿੱਤਾ ਕਿ ਮੇਰੇ ਤੋਂ ਬਾਅਦ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਤੁਹਾਡੇ ਰਾਜੇ ਬਣਨਗੇ, ਨੇਤਾ ਬਣਨਗੇ। ਸ਼ਾਹੂ ਮਹਾਰਾਜ ਜੀ ਕਹਿਣ ਲੱਗੇ, ਮੈਨੂੰ ਇੱਦਾਂ ਲੱਗਦਾ ਰਹਿੰਦਾ ਹੈ ਬਾਬਾ ਸਾਹਿਬ ਭਵਿੱਖ ਦਾ ਰਹਿਬਰ ਹੈ, ਮੈਨੂੰ ਮੇਰਾ ਦਿਲ ਕਹਿੰਦਾ ਹੈ ਛੂਆ ਛਾਤ ਦੀਆਂ ਜ਼ੰਜੀਰਾਂ ਨੂੰ ਇਹ ਬੱਬਰ ਸ਼ੇਰ ਹੀ ਤੋੜੇਗਾ, ਚੋਟੀ ਦਾ ਲੀਡਰ ਬਣ ਕੇ ਇਹ ਟੁੱਟੇ ਹੋਏ ਦਿਲਾਂ ਨੂੰ ਜੋੜੇਗਾ। ਅਤੇ ਇਹ ਐਲਾਨ ਕੀਤਾ ਸੀ, ਅਤੇ ਇਸ ਐਲਾਨ ਨੂੰ ਸਾਡੇ ਲੋਕਾਂ ਨੇ ਮੰਨਿਆ ਅਤੇ ਬਾਬਾ ਸਾਹਿਬ ਨੂੰ ਆਪਣਾ ਨੇਤਾ ਚੁਣਿਆ। ਅਤੇ ਇਸ ਤਰ੍ਹਾਂ ਆਪ ਜੀ ਨੇ ਬਹੁਤ ਸੰਘਰਸ਼ ਕੀਤਾ। ਆਪ ਨੂੰ ਅੰਗਰੇਜ਼ਾਂ ਦਾ ਗੁਲਾਮ ਪਿੱਠੂ ਵੀ ਕਿਹਾ ਗਿਆ, ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਅਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਹੜੇ ਵਰਗ ਦੇ ਵਿੱਚ ਆਪ ਜੀ ਪੈਦਾ ਹੋਏ ਸਨ, OBC ਵਰਗ ਦੇ ਵਿੱਚ, ਅੱਜ ਉਹੀ OBC ਨੂੰ ਉਹ ਆਰਕਸ਼ਣ ਦਾ ਲਾਭ ਪੂਰਾ ਨਹੀਂ ਮਿਲ ਰਿਹਾ। ਜੇ ਉਹਨਾਂ ਦੀ 60% ਆਬਾਦੀ ਹੈ ਤਾਂ ਉਹਨਾਂ ਨੂੰ 52% ਆਰਕਸ਼ਣ ਮਿਲਣਾ ਚਾਹੀਦਾ, ਪਰ ਨਹੀਂ ਮਿਲ ਰਿਹਾ। 25-27% ਉਹਨਾਂ ਨੂੰ ਆਰਕਸ਼ਣ ਮਿਲ ਰਿਹਾ। ਉਹਨਾਂ ਨੂੰ ਵੀ ਆਰਕਸ਼ਣ ਬਰਾਬਰ ਦਾ ਮਿਲਣਾ ਚਾਹੀਦਾ। ਜਿਵੇਂ SC ST ਨੂੰ ਮਿਲ ਰਿਹਾ, ਇੱਦਾਂ ਹੀ OBC ਨੂੰ ਮਿਲਣਾ ਚਾਹੀਦਾ, ਤਾਂ ਜੋ ਉਹਨਾਂ ਦੇ ਬੱਚੇ ਵੀ ਪੜ੍ਹ ਲਿਖ ਜਾਣ। ਕਿਉਂਕਿ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਾਹੂ ਛਤਰਪਤੀ ਮਹਾਰਾਜ ਆਰਕਸ਼ਣ ਦੇ ਜਨਮਦਾਤੇ ਸੀ, ਜੋ OBC ਸਮਾਜ ਦੇ ਵਿੱਚੋਂ ਸਨ। ਜੇ OBC ਸਮਾਜ ਨੂੰ ਹੀ ਆਰਕਸ਼ਣ ਨਾ ਮਿਲਿਆ, ਜੇ ਉਹਨਾਂ ਨੂੰ ਹੀ ਨੌਕਰੀਆਂ ਨਾ ਮਿਲੀਆਂ, ਉਹਨਾਂ ਨੂੰ ਹੀ ਵਿੱਦਿਆ ਨਾ ਮਿਲੀ, ਤਾਂ ਸਾਨੂੰ ਸੋਚਣਾ ਪਏਗਾ ਕਿ ਕੀ ਅਸੀਂ ਸ਼ਾਹੂ ਛਤਰਪਤੀ ਮਹਾਰਾਜ ਜੀ ਦੇ ਨਾਲ ਇਨਸਾਫ ਕਰ ਰਹੇ ਹਾਂ ਜਾਂ ਨਹੀਂ। ਸੋ ਬਹੁਤ ਸਾਰੇ ਅਧਿਕਾਰ ਲੈ ਕੇ ਦਿੱਤੇ। ਬਹੁਤ ਵੱਡਾ ਇਤਿਹਾਸ ਹੈ। ਸਮਾਂ ਆਇਆ ਆਪਾਂ ਫਿਰ ਸਾਂਝਾ ਕਰਾਂਗੇ। 10 ਮਈ 1922 ਨੂੰ ਆਪ ਜੀ ਸਦਾ ਲਈ ਇਸ ਦੁਨੀਆ ਤੋਂ ਤੁਰ ਗਏ। ਸਰੀਰ ਛੱਡ ਦਿੱਤਾ, ਪਰ ਉਹਨਾਂ ਦੇ ਵਿਚਾਰ ਸਾਡੇ ਵਿੱਚ ਹਨ, ਰਹਿਣਗੇ। ਜੇਕਰ ਅਸੀਂ ਉਹਨਾਂ ਦੇ ਚਲਾਏ ਹੋਏ ਸੰਘਰਸ਼ ਨੂੰ ਅੱਗੇ ਲੈ ਕੇ ਜਾਵਾਂਗੇ ਤਾਂ ਸਾਡਾ ਸਾਰਾ ਭਾਰਤ ਆਰਥਿਕ ਤੌਰ 'ਤੇ, ਸਮਾਜਿਕ ਤੌਰ 'ਤੇ ਬਰਾਬਰ ਆ ਸਕਦਾ ਹੈ। ਸਾਨੂੰ ਐਸੇ ਮਹਾਂਪੁਰਖਿਆਂ ਨੂੰ ਨਹੀਂ ਭੁੱਲਣਾ ਚਾਹੀਦਾ, ਜਿਹੜੇ ਰਾਜੇ ਹੁੰਦਿਆਂ ਹੋਇਆਂ ਸਾਡੇ ਲੋਕਾਂ ਦੀ ਬਾਂਹ ਫੜਦੇ ਨੇ, ਸਾਡੇ ਲੋਕਾਂ ਨੂੰ ਗਰੀਬੀ ਵਿੱਚੋਂ ਕੱਢਦੇ ਨੇ। ਇੰਨੀਆਂ ਬੇਨਤੀਆਂ ਕਰਦਾ ਹੋਇਆ ਦਾਸ ਖੇਮਾ ਦਾ ਜਾਚਕ ਹੈ ਜੀ। ਜੇਕਰ ਕੋਈ ਗਲਤੀ ਹੋਈ ਹੋਵੇ ਤਾਂ ਭੁੱਲ ਚੁੱਕ ਮਾफ़ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਸੰਵਿਧਾਨ।